ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਾਹ ਹੈ, ਗੁਰੂ ਧਨ ਹੈ, ਗੁਰੂ ਦੀ ਫੌਜ ਖਾਲਸਾ ਹੈ, ਖਾਲਸਾ ਗੁਰੂ ਦਾ ਹੈ, ਗੁਰੂ ਦੀ ਫੌਜ ਹੈ। ਖਾਲਸਾ ਅਕਾਲ ਪੁਰਖ ਦੀ ਫੌਜ ਨਹੀਂ ਹੈ। ਅਕਾਲ ਪੁਰਖ ਨੂੰ ਕਿਸੇ ਫੌਜ ਦੀ ਲੋੜ ਨਹੀਂ, ਕਿਉਂਕਿ ਜਿਹੜਾ ਡਰਦਾ ਹੋਵੇ, ਜਿਸ ਨੂੰ ਕਿਸੇ ਤੋਂ ਹੋਣ ਵਾਲੇ ਹਮਲੇ ਦਾ ਡਰ ਹੋਵੇ, ਉਸ ਨੂੰ ਹੀ ਫੌਜ ਦੀ ਲੋੜ ਪੈਂਦੀ ਹੈ। ਅਤੇ ਜਿਸ ਨੂੰ ਡਰੇ ਕੋਈ ਨਹੀਂ, ਜੋ ਨਿਰਭਉ ਹੈ, ਨਿਡਰ ਨਿਰਵੈਰ ਹੈ, ਉਹਨੂੰ ਕਾਹਦੀ ਫੌਜ ਦੀ ਲੋੜ ਹੈ। ਅਤੇ ਫੌਜ ਦੀ ਲੋੜ ਜਿਹੜੀ ਹੈ ਉਹ ਗੁਰੂ ਨੂੰ ਸੀ। ਇਸ ਕਰਕੇ ਖਾਲਸਾ ਗੁਰੂ ਦੀ ਫੌਜ ਹੈ। ਅਤੇ ਆਓ ਹੁਣ ਵਿਚਾਰ ਕਰਦੇ ਹਾਂ ਗੁਰਬਾਣੀ ਦੀ ਲੜੀ ਜੋ ਸ਼ੁਰੂ ਕੀਤੀ ਹੋਈ ਹੈ, ਗੁਰਬਾਣੀ ਸ਼ਬਦ ਜੋੜ ਗਿਆਨ ਜਾਂ ਗੁਰਬਾਣੀ ਵਿਆਕਰਨ ਗਿਆਨ। ਇਹਦਾ ਆਪਾਂ 7ਵਾਂ ਜਿਹੜਾ ਆ 8ਵਾਂ ਐਪੀਸੋਡ ਜਿਹੜਾ ਲੈਂਦੇ ਹਾਂ। ਅੱਗੇ 7 ਹੋ ਚੁੱਕੇ ਹਨ, 91 ਤੱਕ, 90 ਤੱਕ ਨੰਬਰ ਤੱਕ 6 ਹੋ ਚੁੱਕੇ ਹਨ। 91 ਵਾਲਾ ਇੱਕ ਨੰਬਰ ਜਿਹੜਾ ਉਹ 7ਵਾਂ ਹੈ, ਇਹ ਹੁਣ 92 ਨੰਬਰ ਹੈ। ਇਸ ਨੰਬਰਵਾਰ ਚੱਲ ਰਹੇ ਹਾਂ। ਸੋ 92 ਨੰਬਰ ਦੇ ਵਿੱਚ ਵਿਚਾਰ ਕਰਦੇ ਹਾਂ ਕੁਝ ਐਸੇ ਸ਼ਬਦਾਂ ਦੀ ਜਿਹੜੇ ਪੱਕੇ ਓਕਾਰਾਂਤ ਹੁੰਦੇ ਹਨ। ਓਕਾਰਾਂਤ ਦਾ ਮਤਲਬ ਜਿਨ੍ਹਾਂ ਦੇ ਪੱਕਾ ਔਂਕੜ ਅਖੀਰ ਵਿੱਚ ਲੱਗਾ ਹੋਇਆ ਹੁੰਦਾ ਹੈ। ਅਤੇ ਇਹ ਜਿਹੜੇ ਸ਼ਬਦ ਹੁੰਦੇ ਹਨ, ਇਹ ਵਿਸ਼ੇਸ਼ਣ ਹੁੰਦੇ ਹਨ। ਇਸ ਤੋਂ ਪਹਿਲਾਂ ਵਿਚਾਰ ਕੀਤੀ ਸੀ ਉਹਨਾਂ ਸ਼ਬਦਾਂ ਦੀ ਜਿਨ੍ਹਾਂ ਨੂੰ ਪੱਕਾ ਔਂਕੜ ਲੱਗਾ ਹੋਇਆ। ਉਹ ਸ਼ਬਦ ਸਨ ਇਸਤਰੀ ਲਿੰਗ। ਪੱਕਾ ਔਂਕੜ ਲੱਗਾ ਹੋਇਆ ਇਸਤਰੀ ਲਿੰਗ ਸ਼ਬਦਾਂ ਨੂੰ ਜਿਹੜਾ ਔਂਕੜ ਉਹ ਕਦੇ ਵੀ ਹਟਦਾ ਨਹੀਂ। ਹੁਣ ਕੁਝ ਸ਼ਬਦ ਲੈਂਦੇ ਆ ਵਿਸ਼ੇਸ਼ਣ, ਗੁਰੂ ਗ੍ਰੰਥ ਸਾਹਿਬ 'ਚ ਵਰਤੇ ਹੋਏ। ਵਿਸ਼ੇਸ਼ਣ ਦਾ ਮਤਲਬ ਹੈ ਜਿਹੜਾ ਕਿਸੇ ਨਾਮ ਜਾਂ ਪ੍ਰਨਾਮ ਦੇ ਬਾਰੇ ਸਾਨੂੰ ਕੋਈ ਚਾਨਣਾ ਦੇਵੇ, ਵਿਸ਼ੇਸ਼ਤਾ ਕਰੇ। ਜਿਵੇਂ ਕਾਲਾ ਘੋੜਾ। ਘੋੜਾ ਜਿਹੜਾ ਆ ਉਹ ਨਾਮ ਸ਼ਬਦ ਹੈ, ਉਹਨੂੰ ਕਹਿੰਦੇ ਆ ਵਿਸ਼ੇਸ਼। ਅਤੇ ਕਾਲਾ ਜਿਹੜਾ ਹੈ ਇਹ ਇਹਦਾ ਵਿਸ਼ੇਸ਼ਣ ਬਣ ਗਿਆ ਘੋੜੇ ਦਾ। ਇਹਨੂੰ ਵਿਸ਼ੇਸ਼ਣ ਕਹਿੰਦੇ ਆ, ਐਡਜੈਕਟਿਵ ਕਹਿੰਦੇ ਆ। ਤੋ ਕਾਲਾ ਘੋੜਾ, ਕਾਲਾ ਹੋ ਗਿਆ ਵਿਸ਼ੇਸ਼ਣ। ਆਪਾਂ ਉਹਨਾਂ ਵਿਸ਼ੇਸ਼ਣ ਸ਼ਬਦਾਂ ਬਾਰੇ ਅੱਜ ਜਾਣਕਾਰੀ ਪ੍ਰਾਪਤ ਕਰਾਂਗੇ ਜਿਨ੍ਹਾਂ ਦੇ ਅਖੀਰ ਵਿੱਚ ਪੱਕਾ ਔਂਕੜ ਲੱਗਾ ਰਹਿੰਦਾ ਹੈ, ਉਹ ਕਦੀ ਵੀ ਹਟਦਾ ਨਹੀਂ। ਭਾਵੇਂ ਇਹ ਸ਼ਬਦ ਇਸਤਰੀ ਲਿੰਗ ਸ਼ਬਦ ਦੀ ਵਿਸ਼ੇਸ਼ਤਾ ਕਰਨ ਜਾਂ ਇਹ ਸ਼ਬਦ ਜਿਹੜੇ ਹਨ ਕਿਸੇ ਬਹੁਵਚਨ ਨਾਮ ਦੀ ਵਿਸ਼ੇਸ਼ਤਾ ਕਰਨ। ਇਹ ਇਹਨਾਂ ਦੀ ਖੂਬੀ ਹੈ। ਆਮ ਤੌਰ 'ਤੇ ਕੀ ਹੁੰਦਾ ਹੈ, ਜਿਹੜਾ ਸ਼ਬਦ ਕੋਈ ਇਸਤਰੀ ਲਿੰਗ ਹੋਵੇ ਉਸ ਦਾ ਵਿਸ਼ੇਸ਼ਣ ਜਿਹੜਾ ਸ਼ਬਦ ਹੈ ਉਹ ਵੀ ਇਸਤਰੀ ਲਿੰਗ ਰੂਪ ਵਿੱਚ ਹੀ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਇੱਕ ਸੰਸਾਰੀ। ਹੁਣ ਸੰਸਾਰੀ ਜਿਹੜਾ ਇਹ ਪੁਲਿੰਗ ਸ਼ਬਦ ਹੈ, ਜਿਹੜਾ ਵਿਸ਼ੇਸ਼ਣ ਹੋਏਗਾ ਇਹ ਵੀ ਪੁਲਿੰਗ ਰੂਪ ਵਿੱਚ ਹੋਵੇਗਾ, ਕੱਕੇ ਨੂੰ ਔਂਕੜ ਹੋਏਗਾ। ਇੱਕੋ ਸੰਸਾਰੀ, ਇੱਕੋ ਭੰਡਾਰੀ, ਇੱਕ ਲਾਏ ਦੀਵਾਨ। ਜਦੋਂ ਆਪਾਂ ਕਹਿੰਦੇ ਹਾਂ ਗੁਰਾ ਇੱਕ ਦੇਹ ਬੁਝਾਈ, ਉੱਥੇ ਬੁਝਾਈ ਸ਼ਬਦ ਆ ਗਿਆ ਇਸਤਰੀ ਲਿੰਗ। ਜਿਹੜਾ ਇਹਦਾ ਵਿਸ਼ੇਸ਼ਣ ਹੈ ਇੱਕ, ਇਹ ਕੱਕੇ ਨੂੰ ਔਂਕੜ ਨਹੀਂ ਹੈ, ਕੱਕਾ ਮੁਕਤਾ ਹੋ ਗਿਆ। ਤੋ ਇਸ ਤਰ੍ਹਾਂ ਆਮ ਤੌਰ 'ਤੇ ਇਹ ਵਰਤਾਰਾ ਚੱਲਦਾ ਹੈ ਕਿ ਜਿਹੜਾ ਸ਼ਬਦ ਇਸਤਰੀ ਲਿੰਗ ਹੈ ਉਹਦਾ ਵਿਸ਼ੇਸ਼ਣ ਸ਼ਬਦ ਜਿਹੜਾ ਉਹ ਵੀ ਇਸਤਰੀ ਲਿੰਗ ਰੂਪ 'ਚ ਹੋਏਗਾ। ਜਿਹੜਾ ਪੁਲਿੰਗ ਸ਼ਬਦ ਹੈ ਉਹਦਾ ਵਿਸ਼ੇਸ਼ਣ ਉਹ ਵੀ ਪੁਲਿੰਗ ਰੂਪ 'ਚ ਹੋਏਗਾ। ਇਹ ਜਿਹੜੇ ਸ਼ਬਦਾਂ ਦੀ ਆਪਾਂ ਗੱਲ ਅੱਜ ਸ਼ੁਰੂ ਕੀਤੀ ਹੈ, ਇਹਨਾਂ ਸ਼ਬਦਾਂ ਦੀ ਖੂਬੀ ਇਹ ਹੈ ਕਿ ਇਹ ਭਾਵੇਂ ਇਸਤਰੀ ਲਿੰਗ ਸ਼ਬਦ ਦੇ ਵਿਸ਼ੇਸ਼ਣ ਹੋਣ ਜਾਂ ਇਹ ਕਿਸੇ ਬਹੁਵਚਨ ਸ਼ਬਦ ਦੇ ਵਿਸ਼ੇਸ਼ਣ ਹੋਣ, ਇਹਨਾਂ ਵਿੱਚ ਤਬਦੀਲੀ ਨਹੀਂ ਆਉਂਦੀ। ਇਹਨਾਂ ਨੂੰ ਔਂਕੜ ਹੀ ਲੱਗਾ ਰਹਿੰਦਾ ਹੈ, ਇਹ ਔਂਕੜ ਹਟਦਾ ਨਹੀਂ। ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਰੂਲ ਜਿਹੜਾ ਆਮ ਜਨਰਲ ਰੂਲ ਹੈ ਉਹਦੇ 'ਤੇ ਇਹ ਇੱਕ ਐਕਸੈਪਸ਼ਨ ਹੈ। ਜਿਵੇਂ ਇਸ ਤੋਂ ਪਹਿਲਾਂ ਜਿਹੜਾ ਐਪੀਸੋਡ ਸੀ ਉਹਦੇ ਵਿੱਚ ਵਿਚਾਰ ਕੀਤੀ ਸੀ, ਔਂਕੜ ਵਾਲੇ ਇਸਤਰੀ ਲਿੰਗ ਸ਼ਬਦ ਉਹ ਇੱਕ ਐਕਸੈਪਸ਼ਨ ਹੈ। ਆਮ ਤੌਰ 'ਤੇ ਸ਼ਬਦ ਜਿਹੜੇ ਇਸਤਰੀ ਲਿੰਗ ਹੁੰਦੇ ਹਨ ਉਹਨਾਂ ਨੂੰ ਔਂਕੜ ਨਹੀਂ ਹੁੰਦਾ। ਇਹ ਜਨਰਲ ਰੂਲ ਹੈ।
ਪਰ ਕੁਝ ਸ਼ਬਦ ਐਸੇ ਹਨ ਜਿਹੜੇ ਇਸਤਰੀ ਲਿੰਗ ਹੁੰਦਿਆਂ ਵੀ ਔਂਕੜ ਰੱਖਦੇ ਹਨ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਐਕਸੈਪਸ਼ਨ ਟੂ ਦਾ ਰੂਲ। ਇੱਥੇ ਵੀ ਆਪਾਂ ਨੰਬਰ 92 ਵਿੱਚ ਜੋ ਵਿਚਾਰ ਕਰ ਰਹੇ ਹਾਂ ਸ਼ਬਦਾਂ ਦੀ, ਇਹ ਵੀ ਐਕਸੈਪਸ਼ਨ ਟੂ ਦਾ ਰੂਲ ਹੈ। ਕਿਹੜਾ ਰੂਲ ਹੈ? ਵੀ ਜੇ ਸ਼ਬਦ ਇਸਤਰੀ ਲਿੰਗ ਹੈ ਕੋਈ ਨਾਮ, ਉਹਦਾ ਵਿਸ਼ੇਸ਼ਣ ਵੀ ਇਸਤਰੀ ਲਿੰਗ ਹੋਏਗਾ। ਜਿਵੇਂ ਕਹਿੰਦੇ ਅਕਾਲ ਮੂਰਤੀ, ਹਾਂ ਮੂਰਤੀ ਸ਼ਬਦ ਜਿਹੜਾ ਉਹ ਇਸਤਰੀ ਲਿੰਗ ਹੈ, ਇਹ ਜਿਹੜਾ ਵਿਸ਼ੇਸ਼ਣ ਹੈ ਉਹ ਵੀ ਇਸਤਰੀ ਲਿੰਗ ਹੋਣਾ ਚਾਹੀਦਾ ਹੈ। ਤੇ ਇਸਤਰੀ ਲਿੰਗ ਹੈ ਵੀ ਅਕਾਲ, ਲੱਲੇ ਨੂੰ ਔਂਕੜ ਨਹੀਂ ਪਿਆ, ਨਹੀਂ ਪਿਆ ਕਰਕੇ ਉਹ ਬਣ ਗਿਆ ਇਹਦਾ ਇਸਤਰੀ ਲਿੰਗ ਰੂਪ। ਸੋ ਅਕਾਲ ਮੂਰਤੀ। ਤੇ ਇਹ ਜਿਹੜਾ ਰੂਲ ਹੈ, ਇਹਦਾ ਐਕਸੈਪਸ਼ਨ ਜਿਹੜਾ ਹੈ ਅੱਜ ਪੜ੍ਹ ਰਹੇ ਹਾਂ ਕਿ ਜੇ ਕੋਈ ਸ਼ਬਦ ਇਸਤਰੀ ਲਿੰਗ ਵੀ ਹੈ, ਉਹਦਾ ਵਿਸ਼ੇਸ਼ਣ ਜਿਹੜਾ ਹੈ ਉਹ ਪੁਲਿੰਗ ਵੀ ਹੋ ਸਕਦਾ ਹੈ ਜਿਹਨੂੰ ਔਂਕੜ ਲੱਗਾ ਹੋਇਆ ਹੋਵੇ। ਦਿਸ ਇਜ਼ ਐਨ ਐਕਸੈਪਸ਼ਨ ਟੂ ਦਾ ਰੂਲ। ਲੋ ਇਹ ਸ਼ਬਦ ਥੋੜ੍ਹੇ ਜਿਹੇ ਹਨ, ਆਪਾਂ ਇਹਨਾਂ ਦੀ ਵਿਚਾਰ ਕਰਦੇ ਹਾਂ ਕਿਹੜੇ ਕਿਹੜੇ ਹਨ, ਧਿਆਨ 'ਚ ਰੱਖਣੇ ਪੈਣਗੇ ਆਪਾਂ ਨੂੰ। ਕਿ ਜਿਹੜੇ ਗੁਰਬਾਣੀ ਵਿਆਕਰਨ ਸਿੱਖ ਰਹੇ ਹਨ, ਜਿਹੜਾ ਗੁਰਬਾਣੀ ਵਿਆਕਰਨ ਦਾ ਗਿਆਨ ਹੈ ਵੀ ਇਹ ਸ਼ਬਦ ਇਸਤਰੀ ਲਿੰਗ ਹੈ, ਇਹਦਾ ਵਿਸ਼ੇਸ਼ਣ ਵੀ ਇਸਤਰੀ ਲਿੰਗ ਹੋਣਾ ਚਾਹੀਦਾ ਹੈ, ਇਹ ਪੁਲਿੰਗ ਸ਼ਬਦ ਇਹਦਾ ਵਿਸ਼ੇਸ਼ਣ ਪੁਲਿੰਗ ਹੋਣਾ ਚਾਹੀਦਾ ਹੈ, ਉਹਨਾਂ ਵਾਸਤੇ ਇਹ ਜ਼ਰੂਰੀ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਰੂਲ ਹਰ ਜਗ੍ਹਾ ਨਹੀਂ ਲਾਗੂ ਹੈ। ਇਹ ਐਕਸੈਪਸ਼ਨ ਵੀ ਹੈ ਇਸ ਰੂਲ ਦੀ ਕਿ ਜਿਹੜੇ ਸ਼ਬਦ ਪੱਕੇ ਤੌਰ 'ਤੇ ਔਂਕੜ ਵਾਲੇ ਹਨ, ਉਹ ਔਂਕੜ ਜਿਹਨਾਂ ਦਾ ਹਟਦਾ ਨਹੀਂ, ਉਹ ਭਾਵੇਂ ਇਸਤਰੀ ਲਿੰਗ ਦੇ ਵਿਸ਼ੇਸ਼ਣ ਹੋਣ ਤਾਂ ਵੀ ਨਹੀਂ ਔਂਕੜ ਹਟੇਗਾ। ਪੁਲਿੰਗ ਦਾ ਵਿਸ਼ੇਸ਼ਣ ਹੋਵੇ ਤਾਂ ਪੁਲਿੰਗ ਦਾ ਵਿਸ਼ੇਸ਼ਣ ਤਾਂ ਔਂਕੜ ਲੱਗਾ ਹੀ ਉਹਨਾਂ ਨੂੰ, ਪਰ ਜੋ ਇਸਤਰੀ ਲਿੰਗ ਦੇ ਵਿਸ਼ੇਸ਼ਣ ਵੀ ਬਣ ਜਾਣ ਤਾਂ ਵੀ ਔਂਕੜ ਲੱਗਾ ਰਹਿਣਾ, ਹਟਣਾ ਨਹੀਂ, ਉਹ ਪੁਲਿੰਗ ਹੀ ਰਹਿਣਾ। ਤੋ ਇਹ ਸ਼ਬਦ ਹਨ ਪ੍ਰਗਟ, ਪ੍ਰਵਾਨ, ਸਾਬਤ, ਖੁਆਰ। ਖੱਖਾ ਜਿਹੜਾ ਐਸਪੀਰੇਟਡ ਸਾਊਂਡ ਹੁੰਦਾ, ਖੁਆਰ ਫਾਰਸੀ ਸ਼ਬਦ ਹੈ। ਇੱਦਾਂ ਹੀ ਧੰਨ ਤੇ ਧੰਨ, ਜਿਹਦਾ ਅਰਥ ਹੁੰਦਾ ਹੈ ਵਾਹ, ਜਿਹਦਾ ਅਰਥ ਹੁੰਦਾ ਹੈ ਸ਼ਾਬਾਸ਼। ਜਿਵੇਂ ਧੰਨ ਗੁਰੂ, ਧੰਨ ਦਾ ਮਤਲਬ ਵਾਹ ਗੁਰੂ। ਸੋ ਧੰਨ ਸ਼ਬਦ ਜਿਹੜਾ ਹੈ ਇਹਦੇ ਭਾਵੇਂ ਕਈ ਅਰਥ ਹੁੰਦੇ ਹਨ। ਧੰਨ ਮੈਨੇ ਇਸਤਰੀ ਵੀ ਹੁੰਦਾ ਹੈ, ਪਰ ਉੱਥੇ ਨੰਨੇ ਨੂੰ ਔਂਕੜ ਨਹੀਂ ਹੁੰਦਾ। ਨੰਨੇ ਜਿੱਥੇ ਔਂਕੜ ਨਹੀਂ ਹੈ ਉਹਦਾ ਅਰਥ ਧੰਨ ਦਾ ਇਸਤਰੀ ਹੋਏਗਾ, ਜਾਂ ਜੇ ਉਹਦੇ ਮੂਹਰੇ ਸੰਬੰਧਕ ਆ ਗਿਆ ਕਾ, ਤਾਂ ਫਿਰ ਉਹਦਾ ਮਤਲਬ ਇਸਤਰੀ ਨਹੀਂ ਹੋਏਗਾ, ਉਹਦਾ ਮਤਲਬ ਰੁਪਇਆ ਪੈਸਾ ਹੋਗਾ। ਜਿਵੇਂ ਜਿਸ ਧਨ ਕਾ ਤੁਮ ਗਰਭ ਕਰਤ ਹੋ, ਧਨ ਕਾ, ਜਦੋਂ ਧਨ ਕਾ ਕਹਿੰਦੇ ਹਾਂ ਤਾਂ ਇਹਦਾ ਮਤਲਬ ਹੈ ਧਨ ਸ਼ਬਦ ਦਾ ਮਤਲਬ ਇਸਤਰੀ ਨਹੀਂ, ਕਿਉਂਕਿ ਮੂਹਰੇ ਕਾ ਲੱਗਾ ਹੋਇਆ, ਤੇ ਇਸਤਰੀ ਵਾਸਤੇ ਕਾ ਨਹੀਂ, ਇਸਤਰੀ ਵਾਸਤੇ ਕੀ ਹੁੰਦਾ। ਇਸ ਕਰਕੇ ਉਹ ਧਨ ਸ਼ਬਦ ਨੰਨਾ ਮੁਕਤੇ ਵਾਲਾ ਧਨ ਸ਼ਬਦ ਜਿਹੜਾ ਆ ਉਹ ਰੁਪਏ ਪੈਸੇ ਵਾਲਾ ਧਨ ਹੋਏਗਾ, ਨੰਨੇ ਦੇ ਔਂਕੜ ਵਾਲਾ, ਜਿਹਦਾ ਔਂਕੜ ਕਾ ਨੇ ਹਟਾ ਦਿੱਤਾ ਹੈ। ਧਨ ਕਾ। ਤੋ ਇੱਥੇ ਧਨ ਸ਼ਬਦ ਜਿਹੜਾ ਹੈ ਜਿਹਦਾ ਅਰਥ ਹੁੰਦਾ ਵਾਹ ਜਾਂ ਸ਼ਾਬਾਸ਼, ਜਿੱਥੇ ਅਰਥ ਹੋਵੇ ਉੱਥੇ ਕਦੀ ਵੀ ਨੰਨੇ ਨੂੰ ਔਂਕੜ ਨਹੀਂ ਹਟਣਾ, ਇੱਦਾਂ ਹੀ ਰਹਿਣਾ ਆ। ਜਿੱਦਾਂ ਧੰਨ ਧੰਨ ਰਾਮਦਾਸ ਗੁਰ, ਨੰਨੇ ਨੂੰ ਔਂਕੜ ਹਟਣਾ ਨਹੀਂ। ਧੰਨ ਗੁਰੂ, ਧੰਨ ਜਨਨੀ ਹੋਵੇ ਤਾਂ ਵੀ ਨਹੀਂ ਔਂਕੜ ਹਟਣਾ ਹੈ, ਕਿਉਂਕਿ ਨੰਨੇ ਨੂੰ ਔਂਕੜ ਭਾਵੇਂ ਪਿਆ ਇਹ ਪੁਲਿੰਗ ਦਾ ਪੁਲਿੰਗ ਵਾਚਕ ਹੁੰਦਾ, ਪਰ ਇੱਥੇ ਜਨਨੀ ਇਸਤਰੀਲਿੰਗ ਸ਼ਬਦ ਹੈ, ਉਹਦਾ ਜਿਹੜਾ ਵਿਸ਼ੇਸ਼ਣ ਹੈ ਧੰਨ ਨਹੀਂ ਰਹਿਣਾ, ਨੰਨੇ ਨੂੰ ਔਂਕੜ ਹੀ ਰਹਿਣਾ, ਕਿਉਂਕਿ ਔਂਕੜ ਹਟਣਾ ਨਹੀਂ ਹੈ। ਤੇ ਪੱਕੇ ਔਂਕੜੇ ਲੱਗੇ ਆ। ਇਹ ਸ਼ਬਦ ਹੈਗੇ ਵਿਸ਼ੇਸ਼ਣ, ਜਿਹਨਾਂ ਨੂੰ ਆਪਾਂ ਐਡਜੈਕਟਿਵ ਕਹਿੰਦੇ ਆ ਗੁਰਬਾਣੀ ਦੀ ਭਾਸ਼ਾ ਵਿੱਚ ਜਾਂ ਵਿਆਕਰਨ ਦੀ ਭਾਸ਼ਾ ਵਿੱਚ। ਤੋ ਇਹਦਾ ਅਰਥ ਹੈ ਵਾਹ ਜਾਂ ਸ਼ਾਬਾਸ਼। ਜਦੋਂ ਆਪਾਂ ਕਹਿੰਦੇ ਹਾਂ ਵਾਹ ਗੁਰੂ, ਇਹਦਾ ਮਤਲਬ ਹੈ ਧੰਨ ਗੁਰੂ। ਤੋ ਵਾਹ ਦਾ ਮਤਲਬ ਧੰਨ ਹੁੰਦਾ ਹੈ। ਵਾਹ ਸ਼ਬਦ ਜਿਹੜਾ ਇਹ ਵੀ ਇੰਡੀਪੈਂਡੈਂਟ ਸ਼ਬਦ ਹੈ, ਇਹ ਵੀ ਕਿਸੇ ਨਾਲ ਨਹੀਂ ਜੁੜਦਾ। ਇਸ ਤਰ੍ਹਾਂ ਧੰਨ ਸ਼ਬਦ ਜਿਹੜਾ ਨਹੀਂ ਜੁੜਦਾ। ਜਿੱਦਾਂ ਵਾਹ ਖਸਮ ਤੂੰ ਵਾਹ, ਤੋ ਵਾਹ ਕੇ ਖਸਮ ਆ ਗਿਆ, ਤੇ ਇਹਦਾ ਮਤਲਬ ਇਹ ਨਹੀਂ ਕਿ ਵਾਹ ਨੂੰ ਖਸਮ ਨਾਲ ਜੋੜ ਦੇਣਾ ਤੇ ਵਾਹ ਖਸਮ ਬਣਾ ਦੇਣਾ, ਇੱਦਾਂ ਨਹੀਂ ਬਣਦਾ ਹੁੰਦਾ। ਵਾਹ ਸ਼ਬਦ ਨਹੀਂ ਜੁੜਦਾ, ਭਾਵੇਂ ਲੋਕਾਂ ਨੇ ਜੋੜ ਕੇ ਜਾਂ ਪਦਛੇਦ ਕਰਨ ਵਾਲੇ ਜੋੜ ਕੇ ਵਾਹ ਦੇ ਨਾਲ ਗੁਰੂ ਇੱਕ ਸ਼ਬਦ ਵੱਖਰਾ ਬਣਾਇਆ ਹੋਇਆ, ਪਰ ਉਹ ਨਿਯਮਾਂ ਅਨੁਸਾਰ ਨਹੀਂ ਹੈ। ਵਾਹ ਸ਼ਬਦ ਇਕੱਲਾ ਹੈ, ਤੇ ਗੁਰੂ ਸਾਹਿਬ ਨੇ ਇਹ ਸ਼ਬਦ ਇਕੱਲਾ ਵਰਤਿਆ ਹੈ ਆਪਣੀ ਬਾਣੀ ਦੇ ਵਿੱਚ। ਕਦੇ ਵੀ ਇਸ ਸ਼ਬਦ ਨਾਲ ਉਹਨਾਂ ਨੇ ਕੋਈ ਹੋਰ ਸ਼ਬਦ ਜੋੜ ਕੇ ਇਸ ਨੂੰ ਨਹੀਂ ਵਰਤਿਆ। ਦੋ ਵਾਰ ਦੇ ਆ ਸਕਦਾ ਵਾਹ ਵਾਹ, ਪਰ ਵਾਹ ਦੇ ਨਾਲ ਕੋਈ ਅੱਗੇ ਸ਼ਬਦ ਕੋਈ ਜੁੜਦਾ ਨਹੀਂ ਹੈ।
तो इस करके वाह शब्द ये इंडिपेंडेंट शब्द है, ਇਹਦਾ मतलब है धन। तो धन शब्द ਜਿਹੜਾ ਨਾ ਔਂਕੜ ਹਮੇਸ਼ਾ ਹੋਏਗਾ ਜਿਹਦਾ ਅਰਥ ਹੋਏਗਾ ਵਾਹ ਜਾਂ ਸ਼ਾਬਾਸ਼, ਇਹ ਔਂਕੜ ਹਟੇਗਾ ਨਹੀਂ। ਪਵਿੱਤ, ਪਵਿੱਤ ਸ਼ਬਦ ਜਿਹੜਾ ਇਹ ਬਹੁਵਚਨ ਨਾਲ ਵੀ ਆਏਗਾ, ਭਾਵੇਂ ਤੱਤੇ ਨੂੰ ਔਂਕੜ ਇੱਕ ਵਚਨ ਵਾਲਾ ਸੂਚਕ ਹੁੰਦਾ ਹੈ। ਤੱਤੇ ਨੂੰ ਔਂਕੜ ਪੈ ਜਾਵੇ ਉਹ ਸੂਚਕ ਬਣ ਜਾਂਦਾ ਇੱਕ ਵਚਨ ਦਾ, ਜਿੱਦਾਂ ਗੁਰ, ਰਾਰੇ ਨੂੰ ਔਂਕੜ ਪੈ ਗਿਆ ਗੁਰ, ਇਹਦਾ ਮਤਲਬ ਗੁਰ ਸੂਚਕ ਹੈ ਇੱਕ ਵਚਨ ਦਾ। ਸਾਧੂ, ਤੱਤੇ ਨੂੰ ਔਂਕੜ ਪੈ ਗਿਆ, ਇਹ ਸੂਚਕ ਹੈ ਇੱਕ ਵਚਨ ਦਾ, ਜਾਣੀ ਇੱਕ ਸਾਧ। ਤੇ ਜਿਹੜੇ ਇਸ ਤਰ੍ਹਾਂ ਸ਼ਬਦ ਹਨ ਗੁਰ, ਸਾਧ, ਇਹਨਾਂ ਦਾ ਔਂਕੜ ਜਿਹੜਾ ਆ ਹਟ ਕੇ ਇਹ ਪਲੂਰਲ ਬਣ ਜਾਂਦੇ ਆ। ਸਾਧ ਵਿੱਚੋਂ ਧੱਦੇ ਦਾ ਔਂਕੜ ਹਟਾ ਦਿਓ ਤਾਂ ਸਾਧ ਪਲੂਰਲ ਬਣ ਗਿਆ। ਗੁਰ ਵਿੱਚੋਂ ਰਾਰੇ ਦਾ ਔਂਕੜ ਹਟਾ ਦਿਓ ਤਾਂ ਗੁਰ ਪਲੂਰਲ ਬਣ ਗਿਆ, ਜਾਂ ਗੁਰ ਮੂਹਰੇ ਸੰਬੰਧਕ ਆ ਗਿਆ ਤਾਂ ਵੀ ਔਂਕੜ ਹਟ ਜਾਂਦਾ। ਤੋ ਇਸ ਤਰ੍ਹਾਂ ਸੰਤ ਸ਼ਬਦ ਹੈ, ਤੱਤੇ ਨੂੰ ਔਂਕੜ ਪਿਆ ਤੇ ਇੱਕ ਵਚਨ ਹੈ, ਤੱਤੇ ਔਂਕੜ ਹਟਾ ਦਿਓ ਤਾਂ ਬਹੁਵਚਨ ਬਣ ਗਿਆ। ਪਰ ਪਵਿੱਤ ਸ਼ਬਦ ਐਸਾ ਹੈ, ਇਹਦਾ ਇੱਕ ਵਚਨ ਵੀ ਇਹੀ ਹੈ, ਇਹਦਾ ਬਹੁਵਚਨ ਵੀ ਇਹੀ ਹੈ। ਇਹ ਬਹੁਵਚਨ ਨਾਲ ਹੀ ਵਰਤਿਆ ਜਾਂਦਾ ਹੈ। ਤੇ ਇਹ ਪੱਕੇ ਔਂਕੜ ਲੱਗੇ ਹੋਏ ਆ ਜਿਹੜੇ ਆ, ਉਹ ਨਹੀਂ ਹਟਦੇ। ਉਹਨਾਂ ਦਾ ਵਰਤਾਰਾ ਜਿਹੜਾ ਹੈ, ਬਾਕੀ ਜਿਹੜੇ ਰੂਲਸ ਹਨ ਗੁਰਬਾਣੀ ਦੇ, ਨਿਯਮ ਹਨ, ਉਹਨਾਂ ਨਾਲੋਂ ਇਹਨਾਂ ਦਾ ਵਰਤਾਰਾ ਵੱਖਰਾ ਹੈ। ਸੋ ਪਵਿੱਤ ਸ਼ਬਦ ਜਿਹੜਾ ਹੈ ਇਹ ਵੀ ਵਿੱਚ ਆ ਜਾਂਦਾ ਹੈ। ਥਿਰ, ਮੁਕਤ, ਤੱਤੇ ਨੂੰ ਔਂਕੜ ਹੈ ਬਹੁਤ। ਇਹ ਸ਼ਬਦ ਇਵੇਂ ਹੀ ਰਹਿਣਗੇ ਭਾਵੇਂ ਇਹ ਕਿਸੇ ਬਹੁਵਚਨ ਜਾਂ ਇਸਤਰੀ ਲਿੰਗ ਸ਼ਬਦ ਦੀ ਵਿਸ਼ੇਸ਼ਤਾ ਕਿਉਂ ਨਾ ਕਰਦੇ ਹੋਣ। ਤੋ ਇੰਨੇ ਕੁ ਸ਼ਬਦ ਦੀ ਗਿਣਤੀ ਕਰ ਲਓ ਉਹਨਾਂ ਦੀ, 1 2 3 4 5 6 7 8 9 10, ਇਹ 10 ਸ਼ਬਦ ਹਨ। ਇਹ ਵਿਸ਼ੇਸ਼ਣ ਹਨ ਤੇ ਹਮੇਸ਼ਾ ਹੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਣਗੇ ਹਮੇਸ਼ਾ ਹੀ ਔਂਕੜ ਨਾਲ ਆਉਣਗੇ। ਕਿਤੇ ਭੁਲੇਖਾ ਨਾ ਖਾਣਾ ਕਿ ਇਹਨਾਂ ਦਾ ਔਂਕੜ ਕਿਉਂ ਨਹੀਂ ਹਟਿਆ ਸੰਬੰਧਕ ਆਉਣ ਨਾਲ, ਇਹਨਾਂ ਦਾ ਔਂਕੜ ਕਿਉਂ ਨਹੀਂ ਹਟਿਆ ਮੋਰੇ ਇਸਤਰੀ ਲਿੰਗ ਸ਼ਬਦ ਆਉਣ ਨਾਲ, ਇਹਨਾਂ ਦਾ ਔਂਕੜ ਨਹੀਂ ਹਟਣਾ। ਚਾਹੇ ਇਹਨਾਂ ਦੇ ਅੱਗੇ ਕੋਈ ਅਗਾਂਹ ਇਸਤਰੀ ਲਿੰਗ ਸ਼ਬਦ ਆਉਂਦਾ ਹੈ, ਚਾਹੇ ਇਹਨਾਂ ਦੇ ਅੱਗੇ ਕੋਈ ਸੰਬੰਧਕ ਆਉਂਦਾ ਹੈ, ਚਾਹੇ ਇਹਨਾਂ ਦੇ ਅੱਗੇ ਕੋਈ ਬਹੁਵਚਨ ਸ਼ਬਦ ਆਉਂਦਾ ਹੈ, ਉਹਨਾਂ ਨਾਲ ਇਹਨਾਂ ਦਾ ਔਂਕੜ ਨਹੀਂ ਹਟਣਾ। ਇਹ ਧਿਆਨ 'ਚ ਰੱਖਣਾ ਪਏਗਾ। ਹੁਣ ਅਸੀਂ ਕੁਝ ਉਦਾਹਰਨਾਂ ਲੈ ਕੇ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਵਰਤਾਰਾ ਕੀ ਹੈ। ਹੁਣ ਜਿਸ ਤਰ੍ਹਾਂ ਸ਼ਬਦ ਹੈ ਇੱਕ, ਕੱਕੇ ਨੂੰ ਔਂਕੜ ਲੱਗਾ ਹੈ ਇੱਕ, ਤਾਂ ਉਹਦੇ ਨਾਲ ਬਣੂਗਾ ਇੱਕ ਗਿਆ, ਇੱਕ ਆ ਗਿਆ, ਇੱਕ ਉੱਠ ਪਿਆ। ਤੇ ਜਦੋਂ ਅਸੀਂ ਇੱਕ ਦੇ ਮੂਹਰੇ ਗਿਆ ਕਹਿੰਦੇ ਆ, ਇਹਦਾ ਮਤਲਬ ਹੈ ਗਿਆ ਜਿਹੜਾ ਇਕੱਲਾ ਆ ਤੇ ਉਹਦਾ ਜਿਹੜਾ ਵਿਸ਼ੇਸ਼ਣ ਬਣ ਗਿਆ ਕੱਕੇ ਨੂੰ ਔਂਕੜ ਨਾਲ ਬਣ ਗਿਆ ਇੱਕ ਗਿਆ। ਅੱਛਾ, ਹੁਣ ਜਦੋਂ ਕਹਿਣਾ ਹੋਵੇ ਇੱਕ ਗਈ, ਹੁਣ ਜਦੋਂ ਇੱਕ ਗਈ ਕਹਿਣਾ ਆ ਤਾਂ ਕੱਕੇ ਨੂੰ ਔਂਕੜ ਨਹੀਂ ਹੋਏਗਾ ਇੱਥੇ, ਕਿਉਂਕਿ ਗਈ ਸ਼ਬਦ ਇਸਤਰੀ ਲਿੰਗ ਹੈ ਤੇ ਇਹਦੇ ਨਾਲ ਕੱਕਾ ਜਿਹੜਾ ਹੈ ਇੱਕ ਵਾਲਾ ਉਹ ਮੁਕਤਾ ਹੋ ਜਾਏਗਾ, ਇੱਕ ਗਈ ਬਣ ਜਾਏਗਾ। ਇਹ ਔਂਕੜ ਕਿਉਂ ਹਟ ਗਿਆ? ਕਿਉਂਕਿ ਇੱਕ ਸ਼ਬਦ ਜਿਹੜਾ ਹੈ ਇਹਨੂੰ ਔਂਕੜ ਪੱਕਾ ਲੱਗਾ ਨਹੀਂ ਹੁੰਦਾ। ਆਪਾਂ ਉਹਨਾਂ ਸ਼ਬਦਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਔਂਕੜ ਪੱਕੇ ਲੱਗੇ ਹੋਏ ਹਨ, ਉਹ ਹਟਦੇ ਨੇ। ਤੋ ਉਦਾਹਰਨ ਤੌਰ 'ਤੇ ਆਪਾਂ ਸਮਝ ਰਹੇ ਹਾਂ ਕਿ ਇੱਕ ਸ਼ਬਦ ਦੀ ਵਰਤੋਂ ਜਿਹੜੀ ਆ ਆਮ ਨਿਯਮ ਅਨੁਸਾਰ ਕਿਵੇਂ ਹੁੰਦੀ। ਇੱਕ ਗਿਆ, ਇੱਕ ਗਈ, ਜੇ ਕੱਕੇ ਨੂੰ ਸਿਆਰੀ ਪੈ ਗਈ ਮੰਨ ਜਾਓਗੇ ਇੱਕ ਗਏ ਜਾਂ ਇੱਕ ਗਈਆਂ, ਉਹ ਪਲੂਰਲ ਬਣ ਜਾਏਗਾ। ਸੋ ਇਹ ਸ਼ਬਦ ਇੱਕ ਸ਼ਬਦ ਐਸਾ ਹੈ ਜਿਹਨੂੰ ਔਂਕੜ ਪੱਕਾ ਲੱਗਾ ਹੋਇਆ ਨਹੀਂ ਹੈ, ਇਹ ਉਹਦਾ ਵਰਤਾਰਾ ਹੈ। ਇਸ ਕਰਕੇ ਇੱਕ ਸ਼ਬਦ ਜਿਹੜਾ ਕੱਕੇ ਨੂੰ ਔਂਕੜ ਵਾਲਾ ਉਹਦਾ ਔਂਕੜ ਟਿਕਿਆ ਨਹੀਂ ਰਿਹਾ, ਕਿਉਂਕਿ ਇਹ ਔਂਕੜ ਪੱਕਾ ਨਹੀਂ ਲੱਗਾ ਹੋਇਆ। ਇਹ ਮੂਵੇਬਲ ਹੈ, ਇਹ ਰਿਮੂਵੇਬਲ ਹੈ, ਇਹ ਹਟ ਸਕਦਾ ਹੈ, ਇਹ ਸੰਬੰਧਕ ਨਾਲ ਹਟ ਸਕਦਾ ਹੈ, ਇਹ ਇਸਤਰੀ ਲਿੰਗ ਸ਼ਬਦ ਮੋਹਰੇ ਆ ਜਾਵੇ ਤਾਂ ਹਟ ਸਕਦਾ ਹੈ। ਸੋ ਪਰ ਜਿਹੜੇ ਉੱਪਰ ਦਿੱਤੇ ਸ਼ਬਦ ਹਨ ਉਹਨਾਂ ਨਾਲ ਅਜਿਹਾ ਨਹੀਂ ਵਾਪਰਦਾ, ਕਿਉਂਕਿ ਉਹਨਾਂ ਦੇ ਔਂਕੜ ਜਿਹੜੇ ਪੱਕੇ ਲੱਗੇ ਹੋਏ ਹਨ। ਜਿਵੇਂ ਅਸੀਂ ਕਹਾਂਗੇ ਖੁਆਰ ਹੋਏ, ਫਿਰ ਅਸੀਂ ਕਹਾਂਗੇ ਖੁਆਰ ਹੋਈ। ਹੋਈ ਨੂੰ ਵੀ ਔਂਕੜ ਲੱਗਾ ਰਾਰੇ ਨੂੰ, ਤੇ ਹੋਏ ਵਿੱਚ ਵੀ ਰਾਰੇ ਔਂਕੜ ਲੱਗਾ ਰਹੇਗਾ, ਚਾਹੇ ਖੁਆਰ ਦੇ ਮੋਹਰੇ ਬਹੁਵਚਨ ਆ ਗਿਆ, ਚਾਹੇ ਖੁਆਰ ਦੇ ਮੋਹਰੇ ਇਸਤਰੀ ਲਿੰਗ ਆ ਗਿਆ, ਖੁਆਰ ਦਾ ਰਾਰੇ ਦਾ ਔਂਕੜ ਪੱਕਾ ਹੈ। ਪ੍ਰਗਟ ਹੋਏ, ਪ੍ਰਗਟ ਹੋਈ, ਕਿਸੇ ਦੀ ਵਡਿਆਈ ਜਿਹੜੀ ਆ ਪ੍ਰਗਟ ਹੋਈ, ਟੈਂਕ ਨੂੰ ਔਂਕੜ ਟਿਕਿਆ ਆ। ਉਸ ਜਹਾਨ 'ਚ ਪ੍ਰਗਟ ਹੋ ਗਏ,
ਪ੍ਰਗਟ ਹੋਏ, ਤੇ ਹੋਏ ਬਹੁਵਚਨ ਆ ਗਿਆ ਤਾਂ ਵੀ ਟੈਂਕ ਨੂੰ ਔਂਕੜ ਟਿਕਿਆ। ਤੋ ਚਾਹੇ ਪ੍ਰਗਟ ਦੇ ਅੱਗੇ ਸ਼ਬਦ ਇਸਤਰੀ-ਲਿੰਗ ਆ ਜਾਵੇ ਤਾਂ ਵੀ ਟੈਂਕੇ ਦਾ ਔਂਕੜ ਟਿਕਿਆ, ਚਾਹੇ ਬਹੁਵਚਨ ਆ ਜਾਵੇ ਸ਼ਬਦ ਕੋਈ ਤਾਂ ਵੀ ਔਂਕੜ ਟਿਕਿਆ। ਪ੍ਰਗਟ ਦਾ ਔਂਕੜ ਹਟਦਾ ਨਹੀਂ। ਇੱਦਾਂ ਸਾਬਤ, ਸਾਬਤ ਦੇਖਣਾ, ਸਾਬਤ ਸੂਰਤ ਕਹਿੰਦੇ ਆ, ਉਹ ਸਾਬਤ ਸ਼ਬਦ ਹੈ। ਸਾਬਤ, ਸਾਬਤ ਦਾਲ ਕਹਿੰਦੇ ਆ ਆਪਾਂ, ਸਾਬਤ ਦਾਲ। ਸਾਬਤ ਦਾਲ ਦਾ ਮਤਲਬ ਸਾਬਤ ਮਸਰ ਤੇ ਦਲੇ ਹੋਏ ਮਸਰ। ਤੋ ਸਾਬਤ ਰਹੇ, ਸਾਬਤ ਪੂੰਜੀ। ਤੋ ਸਾਬਤ ਰਹੇ ਦਾ ਮਤਲਬ ਰਹੇ ਬਹੁਵਚਨ ਹੈ, ਤੇ ਉਹਦੇ ਨਾਲ ਸਾਬਤ ਤੱਤੇ ਦਾ ਔਂਕੜ ਜਿਹੜਾ ਫੇਰ ਟਿਕਿਆ। ਸਾਬਤ ਪੂੰਜੀ, ਪੂੰਜੀ ਆ ਗਿਆ ਇਸਤਰੀ ਲਿੰਗ ਤਾਂ ਵੀ ਤੱਤੇ ਦਾ ਔਂਕੜ ਟਿਕਿਆ। ਤੋ ਸਾਬਤ ਦਾ ਔਂਕੜ ਜਿਹੜਾ ਹੈ ਇਹ ਹਟਦਾ ਨਹੀਂ ਹੈ। ਇਸ ਤਰ੍ਹਾਂ ਹੀ ਥਿਰ ਸ਼ਬਦ ਹੈ, ਥਿਰ ਭਗਤ, ਥਿਰ ਮਤ। ਥਿਰ ਮਤ ਵਿੱਚ ਮਤ ਇਸਤਰੀ ਲਿੰਗ ਹੈ ਤਾਂ ਵੀ ਅਰਗ ਔਂਕੜ ਹੈ, ਇਹ ਵਿਸ਼ੇਸ਼ਣ ਹੈ ਇਹਦਾ। ਭਗਤ ਸ਼ਬਦ ਜਿਹੜਾ ਆ ਇਹ ਬਹੁਵਚਨ ਸ਼ਬਦ ਹੈ, ਤੱਤਾ ਮੁਕਤਾ ਆ, ਇਹਦਾ ਵਿਸ਼ੇਸ਼ਣ ਜਿਹੜਾ ਥਿਰੋ ਇਹ ਵੀ ਔਂਕੜ ਨਾਲ ਹੈ। ਸੋ ਦਿਸ ਇਜ਼ ਐਨ ਐਕਸੈਪਸ਼ਨ ਟੂ ਦਾ ਰੂਲ। ਧਨ ਜਨਨੀ, ਜਨਨੀ ਇਸਤਰੀ ਲਿੰਗ ਹੈ, ਇਹਦਾ ਵਿਸ਼ੇਸ਼ਣ ਜਿਹੜਾ ਆ ਉਹ ਵੀ ਇਸਤਰੀ ਲਿੰਗ ਹੋਣਾ ਚਾਹੀਦਾ ਸੀ, ਪਰ ਇੱਥੇ ਨਹੀਂ ਹੈ, ਕਿਉਂਕਿ ਧਨ ਸ਼ਬਦ ਜਿਹੜਾ ਵਰਤਿਆ ਗਿਆ ਨਾਲ ਇਹਦਾ ਨਨੇ ਦਾ ਔਂਕੜ ਹਟਦਾ ਨਹੀਂ, ਇਸ ਕਰਕੇ ਹਟਣਾ ਨਹੀਂ ਹੈ। ਇਹ ਨਨੇ ਨੂੰ ਔਂਕੜ ਲੱਗਾ ਰਹਿਣਾ, ਚਾਹੇ ਮੂਹਰੇ ਇਸਤਰੀ ਲਿੰਗ ਸ਼ਬਦ ਆ ਗਿਆ ਜਨਨੀ। ਧਨ ਸੇ ਜਨ, ਹੁਣ ਸੇ ਜਨ ਪਲੂਰਲ ਆ ਗਿਆ, ਬਹੁਵਚਨ ਆ ਗਿਆ ਤਾਂ ਵੀ ਧਨ ਸ਼ਬਦ ਨੰਨੇ ਦਾ ਔਂਕੜ ਟਿਕਿਆ ਹੈ। ਮਤ ਪ੍ਰਗਾਸ਼ ਹੋ ਗਈ, ਪ੍ਰਗਾਸ਼ ਸ਼ਬਦ ਜਿਹੜਾ ਪ੍ਰਕਾਸ਼ ਤੋਂ ਬਣਦਾ ਹੁੰਦਾ, ਇਸ ਕੇ ਸ਼ਾਸ ਹੁੰਦੀ ਹੈ ਪ੍ਰਗਾਸ਼, ਇਹ ਪ੍ਰਕਾਸ਼ ਤੋਂ ਬਣਦਾ। ਮਤ ਪ੍ਰਗਾਸ਼ ਹੋ ਗਈ, ਹੁਣ ਮਤ ਸ਼ਬਦ ਇਸਤਰੀ ਲਿੰਗ ਹੈ ਤੇ ਪ੍ਰਗਾਸ਼ ਹੋ ਗਈ, ਤੇ ਪ੍ਰਗਾਸ਼ ਪੁਲਿੰਗ ਗਈ ਹੈ, ਤਾਂ ਸੱਸੇ ਨੂੰ ਔਂਕੜ ਜਿਹੜਾ ਟਿਕਿਆ ਹੋਇਆ ਉਹਦਾ ਉਹ ਹਟਿਆ ਨਹੀਂ। ਚਾਹੇ ਮਤ ਇਸਤਰੀ ਲਿੰਗ ਹੈ, ਇਹਦਾ ਵਿਸ਼ੇਸ਼ਣ ਜਿਹੜਾ ਆ ਉਹ ਪੁਲਿੰਗ ਰੂਪ 'ਚ ਰਹਿਣਾ ਆ, ਸੱਸੇ ਔਂਕੜ ਵਾਲਾ ਰਹਿਣਾ। ਇੱਦਾਂ ਪਤ ਪ੍ਰਵਾਨ, ਪਤ ਪ੍ਰਵਾਨ, ਪ੍ਰਵਾਨ ਸ਼ਬਦ ਪੁਲਿੰਗ ਰੂਪ ਵਿੱਚ ਰਹਿਣ ਵਾਲੀ ਨੌਕੜ ਹੈ, ਪਰ ਇਹ ਵਿਸ਼ੇਸ਼ਣ ਹੈਗਾ ਪਤ ਸ਼ਬਦ ਦਾ ਜਿਹੜਾ ਇਸਤਰੀ ਲਿੰਗ ਹੈ, ਇਹ ਨਾਲੀ ਨੌਕੜ ਇੱਦਾਂ ਟਿਕੇ ਰਹਿਣਾ, ਇਹ ਬਦਲਣਾ ਨਹੀਂ ਹੈ, ਭਾਵੇਂ ਇਹ ਪਤ ਸ਼ਬਦ ਦਾ ਵਿਸ਼ੇਸ਼ਣ ਹੈ। ਸੇ ਪ੍ਰਵਾਨ ਜਨ, ਹੁਣ ਸੇ ਪਲੂਰਲ ਸੈਂਸ ਵਿੱਚ ਹੈਗਾ, ਜਨ ਵੀ ਪਲੂਰਲ ਸੈਂਸ ਵਿੱਚ ਹੈ। ਸੇ ਜਨ, ਉਹ ਦਾਸ ਜਿਹੜੇ ਆ ਪ੍ਰਵਾਨ ਹੋ ਗਏ, ਤੇ ਸੇ ਜਨ ਪਲੂਰਲ ਹੈ, ਨਾਣੀ ਦਾ ਔਂਕੜ ਫੇਰ ਟਿਕਿਆ, ਕਿਉਂਕਿ ਵਿਸ਼ੇਸ਼ਣ ਜਿਹੜਾ ਪਲੂਰਲ ਦਾ ਵਿਸ਼ੇਸ਼ਣ ਪਲੂਰਲ ਹੀ ਹੁੰਦਾ ਆ, ਪਰ ਇੱਥੇ ਨਹੀਂ ਹੈ, ਇੱਥੇ ਪਲੂਰਲ ਦਾ ਵਿਸ਼ੇਸ਼ਣ ਸਿੰਗੂਲਰ ਹੀ ਆ, ਨਾਣੀ ਨੌਕੜ ਨੂੰ ਆਪਾਂ ਸਿੰਗੂਲਰ ਕਹਿੰਦੇ ਹਾਂ। ਤੇ ਇਸ ਕਰਕੇ ਪ੍ਰਵਾਨ ਸ਼ਬਦ ਜਿਹੜਾ ਹੈ, ਚਾਹੇ ਪਲੂਰਲ ਦਾ ਵਿਸ਼ੇਸ਼ਣ ਹੈ ਤਾਂ ਵੀ ਨਾਣੀ ਨੌਕੜ ਹੈ, ਚਾਹੇ ਇਸਤਰੀ ਲਿੰਗ ਸ਼ਬਦ ਦਾ ਵਿਸ਼ੇਸ਼ਣ ਹੈ ਤਾਂ ਵੀ ਨਾਣੀ ਨੌਕੜ ਟਿਕਿਆ ਰਹਿਣਾ। ਅੱਗੇ ਪਵਿੱਤ, ਅਸੀਂ ਪੜ੍ਹਦੇ ਹਾਂ ਪਵਿੱਤ ਸੰਗਤ ਸਬਾਈਆ। ਹੁਣ ਸੰਗਤ ਹੈਗਾ ਇਸਤਰੀ ਲਿੰਗ, ਇਹਦਾ ਵਿਸ਼ੇਸ਼ਣ ਜਿਹੜਾ ਆ ਉਹ ਵੀ ਬਣਦਾ ਹੈ ਇਸਤਰੀ ਲਿੰਗ, ਪਰ ਇੱਥੇ ਵਿਸ਼ੇਸ਼ਣ ਇਸਤਰੀ ਲਿੰਗ ਨਹੀਂ ਬਣਦਾ ਇੱਥੇ, ਕਿਉਂਕਿ ਪਵਿੱਤ ਸ਼ਬਦ ਹੈ। ਪਵਿੱਤ ਸ਼ਬਦ ਜਿਹੜਾ ਤੱਤੇ ਨੂੰ ਔਂਕੜਿਆ, ਤੇ ਇਹ ਔਂਕੜ ਹਟਣਾ ਨਹੀਂ, ਇੱਦਾਂ ਰਹਿਣਾ। ਪਵਿੱਤ ਸੰਗਤ। ਅੱਛਾ, ਫੇਰ ਆਉਂਦਾ ਸੇ ਪਵਿੱਤ, ਜਿਨੀ ਹਰ ਧਿਆਇਆ, ਸੇ ਪਵਿੱਤ ਵੀ ਆਉਂਦਾ ਆ, ਇਹ ਪੰਕਤੀ ਵੀ ਆਉਂਦੀ ਆ, ਸੇ ਪਵਿੱਤ। ਤੋ ਸੇ ਜੇ ਪਵਿੱਤ ਇਹਦਾ ਮਤਲਬ ਹੈ ਸੇ ਬਹੁਵਚਨ ਹੋ ਗਿਆ, ਤਾਂ ਪਵਿੱਤ ਨੇ ਸਿੰਗੂਲਰ ਹੀ ਰਹਿਣਾ ਆ, ਤੱਤੇ ਨੇ ਔਂਕੜ ਰਹਿਣਾ ਆ, ਚਾਹੇ ਉਸ ਤੋਂ ਪਹਿਲਾਂ ਸੇ ਸ਼ਬਦ ਹੈ। ਅੱਗੇ ਸ਼ਬਦ ਹੈ ਬਹੁਤ, ਤੱਤੇ ਨੇ ਔਂਕੜ ਰਹਿੰਦਾ ਹਮੇਸ਼ਾ। ਬਹੁਤ, ਬਹੁਤ ਪਸਾਰਾ, ਬਹੁਤ ਪਸਾਰਾ। ਬਹੁਤ ਰੰਗ, ਰੰਗ ਸ਼ਬਦ ਜਿਹੜਾ ਆ ਇਹ ਬਹੁਵਚਨ ਹੈ ਤਾਂ ਵੀ ਤੱਤੇ ਨੌਕੜ ਹੈ। ਪਸਾਰਾ ਇਹ ਸਿੰਗੂਲਰ ਹੈ ਤਾਂ ਵੀ ਤੱਤੇ ਨੌਕੜ ਹੈ। ਤੋ ਇਸ ਤਰ੍ਹਾਂ ਮੁਕਤ ਸ਼ਬਦ ਹੈ ਤੱਤੇ ਨੌਕੜ ਮੁਕਤ। ਸੋ ਆਪਾਂ ਪੜ੍ਹਦੇ ਹਾਂ ਸੇ ਮੁਕਤ ਪਏ ਜਿਨ ਹਰਿ ਧਿਆਇਆ ਜੀ। ਤੋ ਉਹਦੇ ਵਿੱਚ ਕਈ ਵਾਰ ਭੁਲੇਖਾ ਪੈ ਜਾਂਦਾ ਵੀ ਸੇ ਤਾਂ ਬਹੁਵਚਨ ਹੋ ਗਿਆ, ਮੁਕਤ ਸ਼ਬਦ ਤੱਤੇ ਨੂੰ ਔਂਕੜ ਕਿੱਦਾਂ ਹੋ ਗਿਆ।
ਇਹ ਵੀ ਪਲੂਰਲ ਹੋਣਾ ਚਾਹੀਦਾ, ਕਿਉਂਕਿ ਇਹ ਸੇ ਸ਼ਬਦ ਦਾ ਵਿਸ਼ੇਸ਼ਣ ਹੈ ਮੁਕਤ, ਸੇ ਮੁਕਤ। ਪਰ ਨਹੀਂ ਪਿਆਰਿਓ, ਮੁਕਤ ਸ਼ਬਦ ਦਾ ਤਾਂ ਤੈਨੂੰ ਔਂਕੜ ਹਟਦਾ ਨਹੀਂ ਹੈ, ਇਹ ਹਟਣਾ ਨਹੀਂ। ਚਾਹੇ ਪਲੂਰਲ ਦਾ ਵਿਸ਼ੇਸ਼ਣ ਹੈ, ਇਹਨੇ ਸਿੰਗੂਲਰ ਹੀ ਰਹਿਣਾ ਹੈ, ਸੇ ਮੁਕਤ, ਸੇ ਮੁਕਤ। ਤੋ ਇਸ ਤਰ੍ਹਾਂ ਇਹਨਾਂ ਸ਼ਬਦਾਂ ਦਾ ਵਰਤਾਰਾ ਜਿਹੜਾ ਹੈ ਉਹ ਚੇਤੇ ਰੱਖਣ ਵਾਲਾ ਹੈ। ਪ੍ਰਗਟ, ਪ੍ਰਵਾਨ, ਸਾਬਤ, ਖੁਆਰ, ਧਨ, ਧਨ, ਪਵਿੱਤ, ਥਿਰ, ਮੁਕਤ, ਬਹੁਤ, ਇਹਨਾਂ ਦਾ ਔਂਕੜ ਕਦੇ ਹਟਦਾ ਨਹੀਂ। ਜੇ ਤੁਹਾਨੂੰ ਕਿਤੇ ਗੁਟਕੇ ਵਿੱਚ ਜਾਂ ਕਿਸੇ ਪੋਥੀ ਵਿੱਚ ਇਹਨਾਂ ਦਾ ਔਂਕੜ ਹਟਿਆ ਮਿਲਦਾ ਹੈ, ਇਸ ਦਾ ਮਤਲਬ ਹੈ ਉੱਥੇ ਮਿਸਟੇਕ ਹੋਈ ਹੈ, ਛਾਪੇਖਾਨੇ ਵੱਲੋਂ ਜਾਂ ਉਤਾਰਾ ਕਰਨ ਵਾਲਿਆਂ ਵੱਲੋਂ ਉੱਥੇ ਮਿਸਟੇਕ ਹੋਈ ਹੈ, ਉੱਥੇ ਔਂਕੜ ਚਾਹੀਦਾ ਸੀ, ਕਿਉਂਕਿ ਇਹਨਾਂ ਦਾ ਔਂਕੜ ਕਦੇ ਹਟਦਾ ਨਹੀਂ। ਤੋ ਵਿਸਥਾਰ ਨਾਲ ਇਹਨਾਂ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਉਦਾਹਰਨਾਂ ਦੀ, ਤਾਂ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਾਲਿਆਂ ਨੂੰ ਉਹਨਾਂ ਨੂੰ ਮਿਲ ਜਾਂਦੀ ਹੈ, ਜਾਂ ਗੁਰਬਾਣੀ ਵਿਆਕਰਨ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਲਿਖੀ ਜਿਹੜੀ ਪੁਸਤਕ ਹੈ ਉਸ ਦਾ ਅਧਿਐਨ ਕਰਨ 'ਤੇ ਵੀ ਬਹੁਤ ਸਾਰੇ ਪ੍ਰਮਾਣ ਜਿਹੜੇ ਆ ਇਹਨਾਂ ਸ਼ਬਦਾਂ ਦੇ ਮਿਲ ਜਾਂਦੇ ਹਨ। ਤੋਂ ਆਪਾਂ ਸੰਖੇਪ ਰੂਪ ਵਿੱਚ ਵਿਚਾਰ ਕੀਤੀ ਹੈ ਅੱਜ ਇਸ ਐਪੀਸੋਡ ਵਿੱਚ ਉਹਨਾਂ ਸ਼ਬਦਾਂ ਦੀ ਜਿਹੜੇ ਵਿਸ਼ੇਸ਼ਣ ਹਨ, ਜਿਨ੍ਹਾਂ ਦੇ ਅਖੀਰ ਵਿੱਚ ਪੱਕਾ ਔਂਕੜ ਲੱਗਾ ਹੋਇਆ, ਉਹ ਹਟਦਾ ਨਹੀਂ। ਭਾਵੇਂ ਇਹ ਸ਼ਬਦ ਬਹੁਵਚਨ ਸ਼ਬਦ ਦੇ ਵਿਸ਼ੇਸ਼ਣ ਬਣ ਜਾਣ, ਭਾਵੇਂ ਇਹ ਸ਼ਬਦ ਕਿਸੇ ਇਸਤਰੀਲਿੰਗ ਸ਼ਬਦ ਦੇ ਵਿਸ਼ੇਸ਼ਣ ਬਣ ਜਾਣ, ਜਾਂ ਇਹ ਕਿਸੇ ਇੱਕ ਵਚਨ ਦੇ ਵਿਸ਼ੇਸ਼ਣ ਬਣ ਜਾਣ, ਤਾਂ ਫਿਰ ਤਾਂ ਹੈ ਹੀ ਠੀਕ, ਕਿਉਂਕਿ ਇਹ ਹੈਗੇ ਸਾਰੇ ਇੱਕ ਵਚਨ ਰੂਪ ਵਿੱਚ, ਕਿਉਂਕਿ ਔਂਕੜ ਇੱਕ ਵਚਨ ਦਾ ਰੂਪ ਹੁੰਦਾ ਆ। ਪਰ ਬਹੁਵਚਨ ਨਾਲ ਵੀ ਜੇ ਵਰਤੇ ਜਾਣ ਤਾਂ ਵੀ ਇਹ ਔਂਕੜ ਰਹਿਣਾ, ਜੇ ਇਸਤਰੀਲਿੰਗ ਨਾਲ ਵਰਤੇ ਜਾਣ ਤਾਂ ਵੀ ਇਹ ਔਂਕੜ ਟਿਕਿਆ ਰਹਿਣਾ। ਤਾਂ ਉਮੀਦ ਹੈ ਕਿ ਇਹਨਾਂ ਚੀਜ਼ਾਂ ਨੂੰ ਵਾਰ-ਵਾਰ ਵਾਚਣ ਨਾਲ, ਇਹਨਾਂ ਗੱਲਾਂ ਨੂੰ ਵਾਰ-ਵਾਰ ਧਿਆਨ ਵਿੱਚ ਲਿਆਉਣ ਨਾਲ, ਇਹ ਵੀਡੀਓ ਜਿਹੜੇ ਵਾਰ-ਵਾਰ ਦੇਖਣ ਨਾਲ, ਸੁਣਨ ਨਾਲ, ਕਿਉਂਕਿ ਇਹ ਨਿਰਾ ਸੁਣਨ ਦਾ ਵਿਸ਼ਾ ਨਹੀਂ, ਕੰਨਾਂ ਦਾ ਵਿਸ਼ਾ ਨਹੀਂ, ਇਹ ਦੇਖਣ ਦਾ ਵਿਸ਼ਾ ਵੀ ਹੈ, ਕਿਉਂਕਿ ਵੀਡੀਓ ਐਸੀ ਬਣਾਈ ਹੋਈ ਹੈ ਕਿ ਇਹਦੇ ਵਿੱਚ ਆਪਾਂ ਜੋ ਵੀ ਬੋਲਿਆ ਹੈ ਉਹਦਾ ਜਿਹੜਾ ਮੂਲ ਰੂਪ ਹੈ ਉਹ ਆਪਾਂ ਲਿਖਿਆ ਹੋਇਆ ਵੀ ਹੈ, ਵੀ ਕਿਹੜੇ ਕਿਹੜੇ ਸ਼ਬਦ ਹਨ, ਉਹਨਾਂ ਦਾ ਕੀ ਸਰੂਪ ਹੈ, ਕੁਝ ਉਦਾਹਰਨਾਂ ਵੀ ਹਨ। ਇਸ ਕਰਕੇ ਗੁਰਬਾਣੀ ਦੇ ਪ੍ਰੇਮੀ ਜਿਹੜੇ ਹਨ ਉਹਨਾਂ ਨੂੰ ਤਾਂ ਧਿਆਨ ਰੱਖਣਾ ਬਣਦਾ ਹੀ ਹੈ, ਜਿਹੜੇ ਗੁਰਬਾਣੀ ਨੂੰ ਚਾਹੁੰਦੇ ਹਨ ਕਿ ਇਹ ਮੂਲ ਰੂਪ ਵਿੱਚ ਕਾਇਮ ਰਹੇ, ਇਹਦੇ ਵਿੱਚ ਕੋਈ ਅਦਲਾ ਬਦਲੀ ਨਾ ਕਰ ਸਕੇ, ਉਹਨਾਂ ਨੂੰ ਇਹ ਨਿਯਮ ਜ਼ਰੂਰ ਸਮਝਣੇ ਪੈਣਗੇ, ਤਾਂ ਜੋ ਅਸੀਂ ਇਹ ਦੇਖ ਸਕੀਏ ਵੀ ਕਿੱਥੇ ਕੋਈ ਕਿਸੇ ਨੇ ਉਕਾਈ ਕੀਤੀ ਹੈ ਲਿਖਣ ਸਮੇਂ ਜਾਂ ਪ੍ਰਿੰਟ ਕਰਨ ਸਮੇਂ। ਸੋ ਇੱਥੇ ਸਮਾਪਤ ਕਰਦੇ ਹਾਂ। ਭੁੱਲਾਂ ਦੀ ਖਿਮਾ। ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।